ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਪੰਜਵਾ। ਸੇਵਕ ਸੱਚੇ ਸ਼ਾਹ ਕੇ ਸੇਈ ਪ੍ਰਵਾਣ, ਦੂਜਾ ਸੇਵਨ ਨਾਨਕਾ ਸੇ ਪਚ ਪਚ ਮੁਏ ਅਜਾਣ। ਮਹਿਲਾ ਪੰਜਵਾ। ਜੋ ਤੁਰ ਲਿਖਿਆ ਲੇਖ, ਪ੍ਰਭ ਮੇਟਣਾ ਨਾ ਜਾਏ। ਜੋ ਤੁਰ ਲਿਖਿਆ ਲੇਖ, ਪ੍ਰਭ ਮੇਟਣਾ ਨਾ ਜਾਏ। RAM ਨਾਮ ਤਨ ਬਖਰੋ, ਨਾਨਕ ਸਦਾ ਧਿਆਏ। ਪੌੜੀ। ਨਾਰਾਇਣ ਲਿਆ ਨਠੁੰਗੜਾ, ਪੈਰ ਕਿੱਥੇ ਰੱਖੈ। ਕਰਦਾ ਪਾਪ ਅਮਿਤਿਆ, ਨਿਤ ਬਿਸੋ ਚਖੈ। ਨਿੰਦਾ ਕਰਦਾ ਪਚ ਮੁਆ, ਵਿੱਚ ਦੇਹੀ ਭਖੈ। ਸੱਚੇ ਸਾਹਿਬ ਮਾਰਿਆ, ਕੌਣ ਤਿਸਨੋ ਰੱਖੈ। ਨਾਨਕ ਤਿਸ ਸਰਣਾਗਤੀ, ਜੋ ਪੁਰਖ ਅਲਖ ਹੈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋਂ ਬਹੁਤ ਹੀ ਬੜਭਾਗੇ ਹਾਂ, ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕੀ ਬਾਰ, ਮਹਿਲਾ ਚੌਥਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 315। ਆਓ ਗੁਰੂ ਪਿਆਰਿਓ, ਗੁਰੂ ਸਵਾਰਿਓ, ਲੜੀਵਾਰ ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਤਿੰਨਾਂ ਦੇ ਦਰਬਾਰ ਅੰਦਰ ਜਿੰਨੀ ਵੀ ਸੰਗਤ ਹਾਜ਼ਰੀ ਭਰ ਰਹੀ ਹੈ, ਆਓ ਗੁਰਮੁਖੋ ਸੁਰਤੀਆਂ ਬਿਰਤੀਆਂ ਕਰੀਏ ਇਕਾਗਰ। ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਸ਼ਲੋਕ ਲੜੀਵਾਰ 28 ਨੰਬਰ ਪੌੜੀ ਹੈ ਜੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਸ਼ਲੋਕ ਮਹਿਲਾ ਪੰਜਵਾ। ਸੇਵਕ ਸੱਚੇ ਸ਼ਾਹ ਕੈ, ਸੇਵਕ ਸੱਚੇ ਸ਼ਾਹ ਕੇ ਸੋਈ ਪ੍ਰਵਾਣ, ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਣ। ਥੋੜੀ ਧਿਆਨ ਨਾਲ ਸਮਝੋ ਵਿਆਖਿਆ ਨੂੰ। ਇੱਥੇ ਮਹਾਰਾਜ ਨੇ ਉਸ ਮਨੁੱਖ ਦੀ ਗੱਲ ਕੀਤੀ ਹੈ ਜੋ ਸੱਚੇ ਪ੍ਰਭੂ ਦੇ ਸੇਵਕ ਬਣ ਜਾਂਦੇ ਨੇ। ਇਹ ਗੱਲ ਚੇਤੇ ਰੱਖਿਓ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਇੱਕ ਓੰਕਾਰ ਤੋਂ ਜਦੋਂ ਬਾਣੀ ਪੜ੍ਹਨੀ ਸ਼ੁਰੂ ਕਰਾਂਗੇ ਨਾ, ਸਭ ਤੋਂ ਵੱਡੀ ਗੱਲ ਆ, ਮਹਾਰਾਜ ਨੇ ਪਹਿਲਾਂ ਸ਼ੁਰੂ ਦੇ ਵਿੱਚ ਹੀ ਇੱਕ ਓੰਕਾਰ ਆਪਾਂ ਪੜ੍ਹਦੇ ਹਾਂ, ਉਚਾਰਨ ਕੀਤਾ ਗੁਰੂ ਨਾਨਕ ਮਹਾਰਾਜ ਨੇ।
ਇੱਕ ਓੰਕਾਰ ਦਾ ਅਰਥ ਹੀ ਹੈ ਉਹ ਮਾਲਕ ਪਰਮਾਤਮਾ ਇੱਕੋ ਹੀ ਹੈ, ਉਹਦੇ ਵਰਗਾ ਦੂਜਾ ਕੋਈ ਹੈ ਨਹੀਂ ਹੈ, ਕੋਈ ਗੈਬੀ ਸ਼ਕਤੀ, ਕੋਈ ਕਾਲਪਨਿਕ ਸ਼ਕਤੀ ਨਹੀਂ ਹੈ। ਹੁਣ ਇੱਥੋਂ ਅਨੁਮਾਨ ਅੰਦਾਜ਼ਾ ਲਾ ਸਕਦੇ ਹਾਂ, ਸਮਝ ਸਕਦੇ ਹਾਂ ਵੀ ਮਹਾਰਾਜ ਨੇ ਜਦੋਂ ਇੱਕ ਓਂਕਾਰ ਲਿਖ ਦਿੱਤਾ ਨਾ, ਸਾਰਾ ਕੁਝ ਹੀ ਰੱਦ ਕਰ ਦਿੱਤਾ। ਦੁਨੀਆ ਦੇ ਅੰਦਰ, ਸੰਸਾਰ ਅੰਦਰ ਝਾਤ ਮਾਰਾਂਗੇ, ਦੁਨੀਆ ਦੇ ਲੋਕ, ਸਮਾਜਿਕ ਲੋਕ, ਕੋਈ ਬੰਦਾ ਕਿੱਥੇ ਜੁੜਿਆ ਹੋਇਆ, ਕੋਈ ਬੰਦਾ ਕਿੱਥੇ ਜੁੜਿਆ ਹੋਇਆ। ਪਾਤਸ਼ਾਹ ਜੀ ਕਹਿੰਦੇ ਉਹ ਲੋਕ ਪਚ ਕੇ, ਪਾਤਸ਼ਾਹ ਜੀ ਕਹਿ ਰਹੇ ਨੇ, ਮਰੀ ਜਾਂਦੇ ਨੇ, ਉਲਝ ਕੇ ਮਰੀ ਜਾਂਦੇ ਨੇ, ਕਿਉਂਕਿ ਅਸਲ ਸਹੀ ਮਾਰਗ, ਸਹੀ ਰਾਹ ਦਾ ਪਤਾ ਨਹੀਂ ਲੱਗ ਰਿਹਾ। ਜਦੋਂ ਬੰਦਾ ਮਾਰਗ ਭੁੱਲ ਜਾਂਦਾ ਨਾ, ਰਸਤਾ ਭੁੱਲ ਜਾਂਦਾ, ਉਹ ਫਿਰ ਬਹੁਤ ਦੁਖੀ ਹੁੰਦਾ। ਜੇ ਅਸੀਂ ਧਰਮ ਦੇ ਦਾਇਰੇ ਦੀ ਗੱਲ ਕਰੀਏ, ਧਾਰਮਿਕ ਦੁਨੀਆ ਦੀ ਗੱਲ ਕਰੀਏ, ਧਰਮ ਦੇ ਦਾਇਰੇ ਅੰਦਰ ਵੀ ਅਸੀਂ ਅਸਲ ਮਾਰਗ ਤੋਂ ਖੁੰਝ ਗਏ ਹਾਂ, ਅਸਲ ਮਾਰਗ ਨੂੰ ਭੁਲਾ ਦਿੱਤਾ ਹੈ। ਇੱਥੇ ਸ਼ਬਦ ਬੜਾ ਪਿਆਰਾ ਵਰਤਿਆ ਮਹਾਰਾਜ ਨੇ, ਸੇਵਕ ਸੱਚੇ ਸ਼ਾਹ ਕੇ ਸਈ ਪ੍ਰਵਾਨ। ਜਿਹੜੇ ਇੱਕ ਮਾਲਕ ਦੇ, ਇੱਕ ਰੱਬ ਦੇ ਸੇਵਕ ਬਣ ਜਾਂਦੇ ਨੇ ਨਾ, ਗੁਰੂ ਸਾਹਿਬ ਜੀ ਕਹਿੰਦੇ ਉਹ ਪ੍ਰਵਾਨ ਚੜ੍ਹ ਜਾਂਦੇ ਨੇ, ਪ੍ਰਵਾਨ ਉਹ ਹੁੰਦੇ ਨੇ, ਪ੍ਰਭੂ ਦੀ ਹਜ਼ੂਰੀ ਵਿੱਚ ਉਹ ਕਬੂਲ ਪੈਂਦੇ ਨੇ, ਪ੍ਰਵਾਨ ਹੋ ਜਾਂਦੇ ਨੇ। ਕੌਣ? ਜਿਹੜੇ ਆਪਣਾ ਭਰੋਸਾ, ਆਪਣਾ ਅਕੀਦਾ, ਆਪਣਾ ਵਿਸ਼ਵਾਸ ਕੇਵਲ ਇੱਕ ਰੱਬ ਤੇ ਰੱਖਦੇ ਨੇ। ਬਾਣੀ ਦਾ ਸੁਨੇਹਾ ਜੀ, ਸਤਿਗੁਰੂ ਮਹਾਰਾਜ ਵਾਰ-ਵਾਰ ਇਹ ਗੱਲ ਕਹਿੰਦੇ ਨੇ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇੱਕੋ ਹੀ ਹੈ। ਜਿਸ ਮਨੁੱਖ ਨੇ ਇੱਕ ਤੇ ਟੇਕ ਰੱਖ ਲਈ, ਵਿਸ਼ਵਾਸ ਰੱਖ ਲਿਆ, ਉਹ ਪ੍ਰਵਾਨ ਹੋ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ, ਦੂਜਾ ਸੇਵਨ ਨਾਨਕਾ ਸੇ ਪਚ ਮੋਏ ਅਜਾਣ। ਜੋ ਇੱਕ ਪ੍ਰਮਾਤਮਾ ਤੋਂ ਬਿਨਾਂ, ਇੱਕ ਸੱਚੇ ਸ਼ਾਹ ਤੋਂ ਬਿਨਾਂ ਦੂਜੇ ਦੀ ਸੇਵਾ ਕਰਦੇ ਨੇ। ਹੁਣ ਦੂਜਾ ਕੌਣ ਹੁੰਦਾ, ਆਪਾਂ ਸਮਝੀਏ ਧਿਆਨ ਨਾਲ। ਜਿਹੜੇ ਲੋਕ ਇੱਕ ਪ੍ਰਮਾਤਮਾ ਨੂੰ ਛੱਡ ਕੇ, ਇੱਕ ਰੱਬ ਨੂੰ ਛੱਡ ਕੇ ਦੂਜੇ ਤੇ ਵਿਸ਼ਵਾਸ ਬਣਾ ਕੇ ਬਹਿ ਗਏ, ਕੋਈ ਦੂਜੀ ਸ਼ੈ ਹੈ, ਕੋਈ ਦੂਜੀ ਤਾਕਤ ਹੈ, ਕੋਈ ਦੂਜਾ ਵੀ ਕੋਈ ਰੱਬ ਹੁੰਦਾ, ਕੋਈ ਤੀਜਾ ਵੀ ਕੋਈ ਰੱਬ ਹੈ, ਨਹੀਂ। ਪਾਤਸ਼ਾਹ ਜੀ ਕਹਿੰਦੇ ਦੂਜੇ ਦੀ ਸੇਵਾ ਕਰਨ ਵਾਲੇ ਮੂਰਖ ਖੱਪ ਕੇ ਮਰ ਜਾਂਦੇ ਨੇ। ਉਹਨਾਂ ਦੀ ਹਾਲਤ ਪਤਾ ਕਿਹੋ ਜਿਹੀ, ਜਿਵੇਂ ਪਾਣੀ ਵਿੱਚ ਮਧਾਣੀ ਪਾ ਕੇ ਬੈਠੇ ਆ। ਕਿਉਂਕਿ ਸੰਸਾਰ ਦਾ ਬਹੁਤਾ ਤਬਕਾ ਇਸ ਤਰ੍ਹਾਂ ਹੀ ਵਾਪਰਦਾ ਜੀ, ਪਾਣੀ ਅੰਦਰ ਮਧਾਣੀ ਪਾ ਰੱਖੀ ਹੈ, ਰਿੜਕੀ ਜਾਂਦੇ ਨੇ, ਪਾਣੀ ਨੂੰ ਨਿਕਲਦਾ ਕੁਝ ਨਹੀਂ। ਬਹੁਤੇ ਧਾਰਮਿਕ ਭੇਖ, ਧਾਰਮਿਕ ਕਰਮ ਅਸੀਂ ਇਸੇ ਤਰ੍ਹਾਂ ਕਰਦੇ ਹਾਂ, ਪਾਣੀ ਅੰਦਰ ਮਧਾਣੀ ਪਾ ਕੇ ਬੈਠੇ ਆ, ਨਿਕਲਦਾ ਕੁਝ ਹੈ ਨਹੀਂ ਹੈ। ਅਸਲ ਆਪਾਂ ਰੋਜ਼ਾਨਾ ਲੜੀਵਾਰ ਵਿਚਾਰ ਨਾਲ ਜੁੜਦੇ ਹਾਂ, ਸਮਝਦੇ ਹਾਂ। ਇਹਦਾ ਇੱਕੋ ਅਰਥ ਹੁੰਦਾ ਜੀ, ਜ਼ਿੰਦਗੀ ਨੂੰ ਤੇ ਆਪੇ ਨੂੰ ਸਵਾਰਨਾ, ਆਪਣੇ ਜੀਵਨ ਵਿੱਚੋਂ ਵਿਕਾਰਾਂ ਨੂੰ, ਕਰਮਕਾਂਡਾਂ ਨੂੰ ਲਾਹ ਕੇ ਰੱਖ ਦੇਣਾ। ਇਹੋ ਅਰਥ ਆ ਨਾ। ਪ੍ਰਵਾਨ ਫੇਰ ਹੀ ਚੜਾਂਗੇ। ਸਤਿਗੁਰੂ ਮਹਾਰਾਜ ਨੂੰ ਬਹੁਤੇ ਵਿਖਾਵਿਆਂ ਵਾਲਾ ਬੰਦਾ ਕਦੇ ਪ੍ਰਵਾਨ ਨਹੀਂ ਹੋਇਆ ਗੁਰੂ ਦੀ ਨਿਗਾਹ ਅੰਦਰ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਦੂਜੇ ਦੀ ਸੇਵਾ ਕਰਦੇ ਨੇ ਇੱਕ ਰੱਬ ਨੂੰ ਛੱਡ ਕੇ, ਉਹ ਪਚ ਕੇ ਮਰ ਜਾਂਦੇ ਨੇ। ਅਣਜਾਣ ਮੂਰਖ ਲੋਕ ਨੇ ਉਹ। ਕਿਉਂਕਿ ਬਾਣੀ ਦੇ ਅੰਦਰ ਇੱਕ ਪ੍ਰਮਾਤਮਾ ਦੇ ਪ੍ਰਥਾਏ ਆਪਾਂ ਰੋਜ਼ਾਨਾ ਹੀ ਪੜ੍ਹਦੇ ਵਿਚਾਰਦੇ ਹਾਂ। ਠੀਕ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਬਹੁਤ ਵਰਤੇ ਹੋਏ ਨੇ ਜੀ, ਪ੍ਰਚਲਿਤ ਮਿੱਥਾ ਮੁਹਾਵਰੇ ਬਹੁਤ ਵਰਤੇ ਹੋਏ ਨੇ। ਕਈ ਵਾਰ ਅਸੀਂ ਅਣਜਾਣਪੁਣੇ ਵਿੱਚ ਉਹਨਾਂ ਦੇ ਨਾਂ ਤੇ ਸਾਖੀਆਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਵੀ ਇੱਥੇ ਆ ਵਾਪਰੇ, ਇੱਥੇ ਆ। ਮਹਾਰਾਜ ਨੇ ਇੱਕ ਸੰਖੇਪ ਕਹਿ ਲਓ, ਸ਼ਾਰਟ ਦੇ ਵਿੱਚ ਕਹਿ ਲਓ, ਇੱਕ ਸੰਖੇਪ ਮਿੱਥ ਜ਼ਰੂਰ ਵਰਤੀ ਹੈ, ਪਰ ਉਹਦਾ ਸਤਿਗੁਰੂ ਮਹਾਰਾਜ ਦਾ ਦੇਖਣ ਦਾ ਨਜ਼ਰੀਆ ਬਹੁਤ ਵੱਖਰਾ ਹੈ। ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝੀਏ। ਆਪਾਂ ਆਸਾ ਦੀ ਵਾਰ ਵਿੱਚ ਰੋਜ਼ਾਨਾ ਪੜ੍ਹਦੇ ਹਾਂ, ਪਾਤਸ਼ਾਹ ਜੀ ਕਹਿੰਦੇ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਬਣ ਜਾ ਰਿਹਾ। ਡੁੱਬ ਜਾਵੇਂਗਾ ਜੇ ਇੱਕ ਖਸਮ ਨੂੰ ਛੱਡ ਦਿੱਤਾ ਨਾ, ਦਰ ਤੇ ਠੋਕਰਾਂ ਖਾਵੇਂਗਾ, ਇੱਕ ਖਸਮ ਨੂੰ ਛੱਡ ਦਿੱਤਾ, ਡੁੱਬ ਜਾਵੇਂਗਾ ਸੰਸਾਰ ਦੇ ਅੰਦਰ। ਭਾਈ ਸਤਿਗੁਰੂ ਮਹਾਰਾਜ ਕਹਿੰਦੇ ਆਪਣਾ ਅਕੀਦਾ, ਆਪਣਾ ਵਿਸ਼ਵਾਸ, ਆਪਣਾ ਭਰੋਸਾ ਇੱਕ ਮਾਲਕ ਦੇ ਬਣਾ ਕੇ ਰੱਖ।
ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਜੀ ਕਿਸੇ ਗੈਬੀ ਸ਼ਕਤੀ ਨੂੰ, ਕਿਸੇ ਦੇਵੀ ਦੇਵਤੇ ਦੀ ਮਾਨਤਾ ਲਈ ਨਹੀਂ ਕਹਿੰਦੀ। ਪਾਤਸ਼ਾਹ ਜੀ ਨੇ ਤਾਂ ਬਾਣੀ ਅੰਦਰ ਇਹ ਗੱਲ ਲਿਖੀ ਹੈ, ਬਲਿਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤ ਕੀ ਕਰਤ ਨ ਲਾਗੀ ਵਾਰ। ਇਸ ਕਰਕੇ ਮਹਾਰਾਜ ਨੂੰ ਲਿਖਣਾ ਪਿਆ ਨਾ ਆਸਾ ਦੀ ਬਾਰ ਅੰਦਰ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਮਹਾਰਾਜ ਨੇ ਕਿਉਂ ਇਹ ਬਚਨ ਆਖੇ? ਕਿਉਂਕਿ ਚਾਨਣ ਭਾਵੇਂ ਦੁਨਿਆਵੀ ਤੌਰ ਤੇ ਕਿੰਨਾ ਵੀ ਹੋ ਜਾਵੇ, ਜੇ ਗੁਰੂ ਦੇ ਗਿਆਨ ਦਾ ਚਾਨਣ ਜ਼ਿੰਦਗੀ ਵਿੱਚ ਨਹੀਂ ਆਇਆ, ਮਹਾਰਾਜ ਕਹਿੰਦੇ ਘੋਰ ਹਨੇਰਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਮਝ ਨਹੀਂ ਆ ਰਹੀ, ਪਤਾ ਨਹੀਂ ਲੱਗ ਰਿਹਾ ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ। ਇਸ ਕਰਕੇ ਭਾਈ ਗੁਰਦੁਆਰੇ ਆਉਣ ਦਾ ਮੰਤਵ, ਸਾਡਾ ਨਿਸ਼ਾਨਾ, ਟੀਚਾ ਇਹੋ ਹੀ ਹੈ, ਗੁਰਦੁਆਰੇ ਆ ਕੇ ਇੱਥੇ ਬੈਠ ਕੇ ਸੰਗਤ ਅੰਦਰ ਕੁਝ ਗਿਆਨ ਪ੍ਰਾਪਤ ਕਰੀਏ, ਕੁਝ ਸਮਝੀਏ, ਕੁਝ ਸਿੱਖੀਏ। ਸਾਡਾ ਵਿਸ਼ਵਾਸ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਹੋਣਾ ਚਾਹੀਦਾ ਹੈ, ਕਿਸੇ ਹੋਰ ਚੀਜ਼ ਤੇ ਨਹੀਂ। ਖਾਸ ਕਰਕੇ ਮੇਰੀਆਂ ਮਾਤਾਵਾਂ ਭੈਣਾਂ ਧਿਆਨ ਦੇਣ, ਅਸੀਂ ਡਰ ਜਾਂਦੇ ਹਾਂ, ਘਬਰਾ ਜਾਂਦੇ ਹਾਂ। ਅੱਗੇ ਗੁਰੂ ਸਾਹਿਬ ਜੀ ਅਗਲੇ ਸ਼ਲੋਕ ਅੰਦਰ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਨੇ, ਜੋ ਧੁਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਏ, ਰਾਮ ਨਾਮ ਤਨ ਬਖਰੋ ਨਾਨਕ ਸਦਾ ਧਿਆਏ। ਧੁਰ ਤੋਂ ਜੋ ਪ੍ਰਭੂ ਨੇ ਲੇਖ ਲਿਖ ਦਿੱਤਾ ਕੀਤੇ ਕੰਮਾਂ ਦੇ ਅਨੁਸਾਰ, ਜਿਵੇਂ ਸਮਾਜ ਅੰਦਰ ਸਾਡੀ ਪਛਾਣ ਬਣਦੀ ਹੈ ਜੀ ਕੰਮਾਂ ਦੇ ਨਾਲ ਬਣਦੀ ਹੈ ਨਾ। ਇੱਥੇ ਦੁਨੀਆ ਦੇ ਅੰਦਰ, ਸੰਸਾਰ ਅੰਦਰ, ਸਮਾਜ ਅੰਦਰ ਕੋਈ ਬੰਦਾ ਵੱਧ ਪੈਸੇ ਵਾਲਾ, ਕੋਈ ਬੰਦਾ ਘੱਟ ਪੈਸੇ ਵਾਲਾ, ਕੋਈ ਬੰਦਾ ਸ਼ਾਹੂਕਾਰ ਹੈ, ਕੋਈ ਬੰਦਾ ਆਪਣਾ ਦਿਹਾੜੀ ਕਰਕੇ ਡੰਗ ਟਪਾ ਰਿਹਾ, ਟਾਈਮ ਪਾਸ ਕਰਦਾ। ਹਰ ਇੱਕ ਬੰਦੇ ਦੀ ਸ਼ਨਾਖਤ ਬੰਦੇ ਦੇ ਕੰਮਾਂ ਨੇ ਕਰਨੀ ਹੈ, ਬੰਦੇ ਦੇ ਕਿਰਦਾਰ ਨੇ ਕਰਾਉਣੀ ਹੈ। ਸਾਡੇ ਬਾਹਰੀ ਪਾਏ ਪਹਿਰਾਵੇ ਨੇ ਸਾਡੀ ਸ਼ਨਾਖਤ ਨਹੀਂ ਕਰਾਉਣੀ। ਕਈ ਵਾਰ ਇਸ ਤਰ੍ਹਾਂ ਵਾਪਰਦਾ, ਪਹਿਰਾਵਾ ਬਹੁਤ ਚੰਗਾ ਹੁੰਦਾ ਹੈ, ਧਾਰਮਿਕ ਚਿੰਨ੍ਹ ਵੀ ਪਾ ਲਏ, ਧਾਰਮਿਕ ਵਰਦੀ ਵੀ ਪਾ ਲਈ, ਪਰ ਧਰਮ ਦੀ ਵਰਦੀ ਅੰਦਰ ਕੰਮ ਬਹੁਤ ਮਾੜੇ ਹੁੰਦੇ ਨੇ। ਸ਼ਨਾਖਤ ਕਿਰਦਾਰ ਨੇ ਕਰਾਉਣੀ ਹੈ, ਸ਼ਨਾਖਤ ਕੰਮਾਂ ਨੇ ਕਰਾਉਣੀ ਹੈ। ਕੰਮ ਹੈ ਬੰਦਿਆ ਤੇਰੀ ਪਛਾਣ ਹੈ, ਕੰਮ ਹੀ ਤੈਨੂੰ ਉੱਚਾ ਲੈ ਕੇ ਜਾਣਗੇ, ਕੰਮ ਹੀ ਤੈਨੂੰ ਨੀਵਾਂ ਸੁੱਟ ਦਿੰਦੇ ਨੇ। ਇੱਥੇ ਇਹੀ ਗੱਲ ਮਹਾਰਾਜ ਕਹਿ ਰਹੇ ਨੇ, ਹੇ ਪ੍ਰਭੂ ਮੁੱਢ ਤੋਂ ਕੀਤੇ ਕੰਮਾਂ ਦੇ ਅਨੁਸਾਰ, ਸ਼ੁਰੂ ਤੋਂ ਜੋ ਤੈਂ ਕੰਮ ਕੀਤਾ। ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ ਜੀ, ਇੱਕ ਬਚਨ 20 ਨੰਬਰ ਪੌੜੀ ਵਿੱਚੋਂ, ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ। ਜਿਹੜਾ ਬੀਜ ਲਿਆ ਖਾਏਗਾ ਵੀ ਉਹੀ। ਖੇਤੀ ਵਰਗਾ ਸਰੀਰ ਹੈ ਜੀ, ਜ਼ਮੀਨ ਅੰਦਰ ਜਿਹੋ ਜਿਹਾ ਮਰਜ਼ੀ ਬੀਜ ਪਾ ਦਿਓ, ਉਹਨੇ ਉੱਗਣਾ ਹੈ। ਸਰੀਰ ਇੱਕ ਖੇਤੀ ਦੀ ਤਰ੍ਹਾਂ ਹੈ, ਇਸ ਸਰੀਰ ਦੇ ਅੰਦਰ ਕੋਈ ਮਰਜ਼ੀ ਵੀ ਪਾ ਦਿਓ। ਕਿੱਥੇ ਤੁਸੀਂ ਬਹਿੰਦੇ ਹੋ, ਕਿੱਥੇ ਤੁਸੀਂ ਖਲੋਨੇ ਹੋ, ਕਿਹੜੀ ਸੰਗਤ ਆ ਤੁਹਾਡੀ, ਉਹਦਾ ਪ੍ਰਭਾਵ ਇਸ ਜੀਵਨ ਦੇ ਉੱਤੇ ਜ਼ਰੂਰ ਪੈਂਦਾ ਹੈ। ਅਕਸਰ ਆਪਾਂ ਵੇਖਦੇ ਹਾਂ ਜੀ, ਜਿਹੋ ਜੀ ਬੰਦੇ ਦੀ ਸੰਗਤ ਹੁੰਦੀ ਹੈ ਨਾ, ਉਹੋ ਜਿਹਾ ਬੰਦੇ ਦਾ ਕਿਰਦਾਰ ਜੀਵਨ ਬਣ ਜਾਂਦਾ ਹੈ। ਗੁਰਦੁਆਰੇ ਆਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ, ਗੁਰਬਾਣੀ ਨਾਲ ਜੁੜਦੇ ਹਾਂ, ਸਾਡਾ ਜੀਵਨ ਵੀ ਗੁਰੂ ਦੇ ਆਸ਼ੇ ਮੁਤਾਬਕ ਢਲ ਜਾਂਦਾ ਹੈ। ਇੱਥੇ ਹੀ ਗੱਲ ਮਹਾਰਾਜ ਕਹਿ ਰਹੇ ਨੇ, ਜੋ ਧੁਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਏ। ਸੰਸਕਾਰ ਜੋ ਤੈ ਬਣਾ ਲੇ ਸ਼ੁਰੂ ਤੋਂ, ਫਿਰ ਲੇਖ ਮਿਟਿਆ ਨਹੀਂ ਕਰਦਾ, ਕਿੰਨਾ ਮਰਜ਼ੀ ਯਤਨ ਕਰ ਲੈ, ਮੁੱਢ ਤੋਂ ਜੋ ਸੁਭਾਅ ਬਣਾ ਲਿਆ ਬਦਲਿਆ ਨਹੀਂ ਕਰਦਾ। ਪਾਤਸ਼ਾਹ ਜੀ ਕਹਿੰਦੇ ਸੁਭਾਅ ਨੂੰ, ਲੇਖ ਨੂੰ ਬਦਲਣ ਵਾਸਤੇ ਸਹਾਰਾ ਲੈਣਾ ਪੈਂਦਾ ਇੱਕੋ ਇੱਕ ਕੇਵਲ ਗੁਰਬਾਣੀ ਦਾ, ਗਿਆਨ ਦਾ। ਗੁਰਬਾਣੀ ਦੇ ਗਿਆਨ ਨਾਲ, ਸਤਿਗੁਰ ਮਹਾਰਾਜ ਦੀ ਵਿਚਾਰ ਨਾਲ ਆਪਣੇ ਆਪ ਨੂੰ ਬਦਲਿਆ ਜਾ ਸਕਦਾ ਹੈ। ਅਕਸਰ ਮੈਂ ਬੇਨਤੀ ਕਰਦਾ ਜੀ, ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਹੈ ਨਾ, ਉਹ ਜੀਵਨ ਜਾਚ ਹੈ। ਇਹਨੂੰ ਪੜ੍ਹ ਕੇ, ਇਹਨੂੰ ਸੁਣ ਕੇ ਜ਼ਿੰਦਗੀ ਨੂੰ ਤਬਦੀਲ ਕੀਤਾ ਜਾ ਸਕਦਾ ਹੈ, ਕਿਉਂਕਿ ਅਸੀਂ ਸੌਖਾ ਕੰਮ ਲੱਭ ਲਿਆ।
ਅਸੀਂ ਹਰ ਇੱਕ ਚੀਜ਼ ਵਿੱਚੋਂ ਸੌਖ ਭਾਲਦੇ ਹਾਂ ਵੀ ਸਾਨੂੰ ਕੁਝ ਕਰਨਾ ਨਾ ਪਵੇ, ਨਾ ਬਾਣੀ ਪੜ੍ਹਨੀ ਪਵੇ, ਨਾ ਬਾਣੀ ਸੁਣਨੀ ਪਵੇ, ਨਾ ਸਮਾਂ ਕੱਢਣਾ ਪਵੇ। ਬਸ ਇਸ ਤਰ੍ਹਾਂ ਹੀ ਵੀ ਚਲੋ ਜੀ ਉੱਥੋਂ ਗੁਰਦੁਆਰੇ ਪਾਣੀ ਲੈ ਕੇ ਆਵਾਂਗੇ, ਛਿੱਟਾ ਦੇ ਦੇਵਾਂਗੇ, ਫੇਰ ਕੰਮ ਬਣ ਜੂ ਸਾਡਾ। ਇਸ ਤਰ੍ਹਾਂ ਅਸੀਂ ਇਹਨਾਂ ਕੰਮਾਂ ਤੇ ਲੱਗ ਗਏ ਹਾਂ, ਪਰ ਅਸਲੀਅਤ ਵੱਲ ਨਹੀਂ ਜਾ ਰਹੇ, ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਤੱਕ ਨਹੀਂ ਪਹੁੰਚ ਰਹੇ, ਅੱਧ ਵਿਚਕਾਰ ਰਹਿ ਗਏ ਹਾਂ। ਸਤਿਗੁਰ ਮਹਾਰਾਜ ਇੱਥੇ ਕਹਿ ਰਹੇ ਨੇ, ਜੋ ਤੁਰ ਲਿਖਿਆ ਲੇਖ ਪ੍ਰਭ, ਰੱਬ ਨੇ, ਪ੍ਰਭੂ ਨੇ ਜੋ ਲੇਖ ਲਿਖ ਦਿੱਤਾ ਮੁੱਢ ਤੋਂ ਮਿਟਣਾ ਨਾ ਜਾਏ, ਉਹਨੂੰ ਮਿਟਾਇਆ ਨਹੀਂ ਜਾ ਸਕਦਾ। ਕਿਉਂਕਿ ਪਰਮਾਤਮਾ ਕਿੱਥੇ ਬੈਠਾ ਹੈ? ਪਰਮਾਤਮਾ ਸਾਡੇ ਅੰਦਰ ਬੈਠਾ ਹੈ, ਰੱਬ ਸਾਡੇ ਅੰਦਰ ਬੈਠਾ ਹੈ। ਮੁੱਢ ਤੋਂ ਜਿਹੋ ਜਿਹਾ ਅਸੀਂ ਲੇਖ ਲਿਖ ਲਿਆ, ਬਣਾ ਲਿਆ, ਗੁਰੂ ਸਾਹਿਬ ਜੀ ਕਹਿੰਦੇ ਉਹ ਮਿਟਿਆ ਨਹੀਂ ਜਾ ਸਕਦਾ। ਅੱਗੇ ਮਹਾਰਾਜ ਨੇ ਇੱਕ ਵਿਚਾਰ ਦਿੱਤੀ ਹੈ, ਰਾਮ ਨਾਮ ਧਨ ਬਖਰੋ, ਨਾਨਕ ਸਦਾ ਧਿਆਏ। ਬਖਰ ਦਾ ਅਰਥ ਹੁੰਦਾ ਜੀ, ਸਤਿਗੁਰੂ ਜੀ ਕਹਿ ਰਹੇ ਨੇ, ਸੌਦਾ, ਵਪਾਰ। ਸਤਿਗੁਰੂ ਜੀ ਕਹਿ ਰਹੇ ਨੇ, ਹੇ ਨਾਨਕ, ਪ੍ਰਭੂ ਦਾ ਨਾਮ, ਧਨ ਤੇ ਸੌਦਾ ਇਕੱਠਾ ਕਰਕੇ, ਜੇ ਤੂੰ ਰੱਬ ਦੇ ਨਾਮ ਵਾਲਾ ਸੌਦਾ ਇਕੱਠਾ ਕਰ ਲਵੇਂ ਨਾ, ਨਾਮ ਸਿਮਰੇ, ਇਸ ਤਰ੍ਹਾਂ ਪਿਛਲਾ ਲੇਖ ਮਿਟ ਸਕਦਾ ਹੈ। ਜ਼ਿੰਦਗੀ ਅੰਦਰ ਜੋ ਭੈੜੇ ਕੰਮ ਕੀਤੇ ਨੇ, ਭੈੜਾ ਕਰਮ ਕਰਿਆ, ਉਹ ਲੇਖ ਮਿਟਾਇਆ ਜਾ ਸਕਦਾ ਜੇ ਤੂੰ ਰੱਬ ਦੇ ਨਾਮ ਦਾ ਵਣਜ ਕਰ ਲਵੇਂ। ਕਿਉਂਕਿ ਤੂੰ ਵਿਖ ਜ਼ਹਿਰ ਇਕੱਠੀ ਕਰੀ ਜਾਂਦਾ, ਠੱਗੀ ਕਰਕੇ, ਬੇਈਮਾਨਾ ਕਰਕੇ, ਕਿਸੇ ਦਾ ਹੱਕ ਮਾਰ ਕੇ। ਸਤਿਗੁਰੂ ਮਹਾਰਾਜ ਕਹਿੰਦੇ ਲੇਖ ਮਿਟ ਸਕਦਾ ਹੈ, ਜ਼ਰੂਰ ਮਿਟਾਇਆ ਜਾ ਸਕਦਾ ਜ਼ਰੂਰ, ਜੇ ਮਹਾਰਾਜ ਕਹਿੰਦੇ ਰਾਮ ਨਾਮ ਧਨ ਬਖਰੋ, ਨਾਨਕ ਸਦਾ ਧਿਆਏ, ਜੇ ਤੂੰ ਰੱਬ ਦੇ ਨਾਮ ਦਾ ਵੱਖਰ ਕਰ ਲਵੇਂ, ਵਪਾਰ ਕਰ ਲਵੇਂ, ਉਸ ਮਾਲਕ ਨੂੰ ਸਦਾ ਧਿਆਉਣਾ ਸ਼ੁਰੂ ਕਰ ਦੇਵੇਂ, ਤਾਂ ਲਿਖਿਆ ਲੇਖ ਆ ਨਾ ਜਿਹੜਾ ਚੇਂਜ ਹੋ ਸਕਦਾ, ਬਦਲਿਆ ਜਾ ਸਕਦਾ ਹੈ। ਇੱਥੋਂ ਸਮਝ ਆ ਰਹੀ ਹੈ ਜੀ, ਸਭ ਕੁਝ ਉਸ ਰੱਬ ਨੇ ਬੰਦੇ ਦੇ ਹੱਥ ਵਿੱਚ ਕਰ ਦਿੱਤਾ। ਗੱਲ ਕਲੀਅਰ ਹੋ ਗਈ ਨਾ। ਇੱਥੇ ਸਾਡੇ ਇਹੀ ਰੌਲਾ ਹੁੰਦਾ ਹੈ ਜਦੋਂ ਆਪਾਂ ਵੇਖਦੇ ਹਾਂ ਕਈ ਵਾਰ ਵਿਚਾਰੇ ਅਨਭੋਲ ਲੋਕ, ਦੇਖੋ ਜੀ ਇਹ ਪਿਛਲੇ ਕਰਮਾਂ ਦਾ ਫਲ ਇਹਨੂੰ ਮਿਲ ਗਿਆ, ਪਿਛਲਾ ਨਾ ਅਸੀਂ ਪਿਛਲਾ ਕਰਮ ਵੇਖਿਆ, ਨਾ ਅਗਲਾ ਕਰਮ ਵੇਖਿਆ, ਪਤਾ ਨਹੀਂ ਕਿਹੜੇ ਪਿਛਲੇ ਕਰਮਾਂ ਦਾ ਫਲ। ਅਸੀਂ ਕਈ ਵਾਰ ਜਨਮੇ ਨਹੀਂ ਹੁੰਦੇ, ਜਨਮਣ ਤੋਂ ਪਹਿਲਾਂ ਦੀਆਂ ਗੱਲਾਂ ਕਰੀ ਜਾਂਦੇ ਹਾਂ, ਮਰੇ ਨਹੀਂ ਹੁੰਦੇ, ਮਰਨ ਤੋਂ ਬਾਅਦ ਕੀ ਹੋਣਾ, ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਪੈ ਜਾਂਦੇ ਹਾਂ। ਸਤਿਗੁਰੂ ਮਹਾਰਾਜ ਵਾਰ-ਵਾਰ ਇਹੀ ਗੱਲ ਕਹਿ ਰਹੇ ਨੇ, ਇਸ ਮਨੁੱਖਾ ਜ਼ਿੰਦਗੀ ਨੂੰ, ਮਨੁੱਖਾ ਜੀਵਨ ਨੂੰ ਆਪੇ ਨੂੰ ਸਵਾਰ, ਸਭ ਕੁਝ ਠੀਕ ਹੋ ਸਕਦਾ, ਵਧੀਆ ਬਣ ਸਕਦਾ। ਅੱਗੇ ਪੌੜੀ ਦੇ ਵਿੱਚ ਮਹਾਰਾਜ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਨੇ, ਨਾਰਾਇਣ ਲਿਆ ਨ ਠੁੰਗੜਾ, ਪੈਰ ਕਿੱਥੇ ਰੱਖੈ। ਨਾਰਾਇਣ ਦਾ ਅਰਥ ਹੈ ਜੀ ਰੱਬ, ਪਰਮਾਤਮਾ। ਨਠੁੰਗੜਾ ਦਾ ਅਰਥ ਠੇਡਾ, ਧੱਕਾ ਵੱਜਣਾ। ਪਾਤਸ਼ਾਹ ਜੀ ਕਹਿੰਦੇ ਜਿਸ ਮਨੁੱਖ ਨੂੰ ਰੱਬ ਵੱਲੋਂ ਇਹ ਠੇਡਾ ਵੱਜੇ, ਹੁਣ ਇਹ ਗੱਲ ਧਿਆਨ ਨਾਲ ਸਮਝਿਓ, ਰੱਬ ਕਿਹਨੂੰ ਠੇਡਾ ਮਾਰਦਾ, ਰੱਬ ਕਿਹਨੂੰ ਧੱਕਦਾ? ਜਿਹੜਾ ਬੰਦਾ ਬਦਲਣਾ ਹੀ ਨਹੀਂ ਚਾਹੁੰਦਾ। ਵੈਸੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ। ਕਈ ਵਾਰ ਆਪਾਂ ਸਮਝੀ ਵੀ ਰੱਬ ਵੈਰ ਵਿਰੋਧ ਕਰਦਾ, ਰੱਬ ਸਾਡੇ ਨਾਲ ਧੱਕਾ ਕਰਦਾ, ਰੱਬ ਸਾਡੇ ਨਾਲ ਮਾੜਾ ਕਰਦਾ। ਠੇਡਾ ਉਸ ਬੰਦੇ ਨੂੰ ਵੱਜਦਾ ਜਿਹੜਾ ਬੰਦਾ ਚੇਂਜ ਹੋਣਾ ਨਹੀਂ ਚਾਹੁੰਦਾ। ਇੱਕ ਵਾਰ ਚੇਂਜ ਹੋਣਾ ਤਾਂ ਚਾਹ, ਆਪਣੇ ਆਪ ਨੂੰ ਬਦਲ ਤਾਂ। ਪਾਤਸ਼ਾਹ ਜੀ ਕਹਿ ਰਹੇ ਨੇ, ਨਾਰਾਇਣ ਲਿਆ ਨ ਠੁੰਗੜਾ, ਪੈਰ ਕਿੱਥੇ ਰੱਖੇ। ਜਦੋਂ ਪਰਮਾਤਮਾ ਦੇ ਵੱਲੋਂ ਠੇਡਾ ਵੱਜਦਾ ਨਾ, ਰੱਬ ਦੇ ਵੱਲੋਂ ਧੱਕਾ ਪੈਂਦਾ, ਜ਼ਿੰਦਗੀ ਦੇ ਸਹੀ ਰਾਹ ਤੇ ਟਿਕ ਨਹੀਂ ਸਕਦਾ ਉਹ। ਆਪਾਂ ਦੁਨੀਆ ਦੇ ਅੰਦਰ, ਸੰਸਾਰ ਅੰਦਰ ਐਸੇ ਲੋਕ ਬਹੁਤ ਵੇਖਦੇ ਜਿਹੜੇ ਜਿਨ੍ਹਾਂ ਨੂੰ ਧੱਕਾ ਵੱਜਿਆ ਹੋਇਆ। ਕਿਉਂ ਵੱਜਿਆ? ਕਿਉਂਕਿ ਉਹਨਾਂ ਦੇ ਕੀਤੇ ਕੰਮਾਂ ਮੁਤਾਬਕ, ਕੀਤੇ ਕਰਮਾਂ ਮੁਤਾਬਕ, ਜੋ ਉਹਨਾਂ ਨੇ ਕਰਮ ਕਮਾਇਆ ਜ਼ਿੰਦਗੀ ਅੰਦਰ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਫਿਰ ਪੈਰ ਨਹੀਂ ਉਹਦਾ ਲੱਗਦਾ ਧਰਤੀ ਤੇ। ਜ਼ਿੰਦਗੀ ਦਾ ਮਾਰਗ ਆ, ਜਿਹੜਾ ਜ਼ਿੰਦਗੀ ਦਾ ਰਾਹ ਹੈ, ਉਹਨੂੰ ਦਿਸ ਨਹੀਂ ਰਿਹਾ। ਉਹ ਗਲਤ ਕੰਮਾਂ ਦੇ ਵਿੱਚ, ਗਲਤ ਵਿਚਾਰਾਂ ਦੇ ਵਿੱਚ, ਗਲਤ ਪਾਸੇ ਤੁਰ ਕੇ
ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲੈਂਦਾ ਹੈ। ਅੱਗੇ ਸਤਿਗੁਰ ਮਹਾਰਾਜ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਸਮਝਾ ਰਹੇ ਨੇ, ਨਿੰਦਾ ਕਰਦਾ ਪਚ ਮੂਆ ਵਿੱਚ ਦੇਹੀ ਭਖੈ। ਉਸ ਬੰਦੇ ਦੀ ਹਾਲਤ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਵਿਕਾਰਾਂ ਦੀ ਵਿਉ ਆਪਣੇ ਅੰਦਰ ਚੱਖਦਾ ਹੈ, ਉਸ ਨੂੰ ਵਿਕਾਰਾਂ ਦਾ ਚਸਕਾ ਪੈ ਗਿਆ। ਦੂਜਿਆਂ ਦੇ ਐਬਾਂ ਨੂੰ ਢੂੰਡ ਢੂੰਡ ਕੇ, ਦੂਜਿਆਂ ਦੇ ਜਿਹੜੇ ਐਬ ਨੇ, ਦੂਜਿਆਂ ਦੇ ਜਿਹੜੇ ਕਰਮ ਨੇ, ਉਹਨਾਂ ਨੂੰ ਲੱਭ ਲੱਭ ਕੇ ਉਹ ਖੁਆਰ ਹੁੰਦਾ ਰਹਿੰਦਾ। ਐਸੇ ਲੋਕ ਹੁੰਦੇ ਨੇ ਜੀ ਦੁਨੀਆ ਦੇ ਅੰਦਰ, ਸੰਸਾਰ ਅੰਦਰ ਆਪਾਂ ਨਿੱਤ ਐਸੇ ਲੋਕ ਵੇਖਦੇ ਹਾਂ ਵੀ ਜਿਹੜੀ ਦੂਜਿਆਂ ਦੀ ਨਿੰਦਿਆ ਕਰੀ ਜਾਂਦੇ ਨੇ, ਦੂਜਿਆਂ ਦੇ ਐਬਾਂ ਨੂੰ ਲੱਭਣਾ, ਉਗਣਾ ਲੱਭਣਾ। ਕਿਸੇ ਬੰਦੇ ਨੂੰ ਔਗਣ ਦੀ ਪਛਾਣ ਕਰਾ ਦੇਣੀ, ਸ਼ਨਾਖਤ ਕਰਾ ਦੇਣੀ ਕੋਈ ਮਾੜੀ ਗੱਲ ਨਹੀਂ ਹੈ, ਪਰ ਉਸੇ ਮਨੁੱਖ ਦੀ ਬਹਿ ਕੇ ਨਿੰਦਿਆ ਕਰਨੀ, ਚੁਗਲੀ ਕਰਨੀ ਦੂਜਿਆਂ ਕੋਲ, ਇਹ ਮਾੜੀ ਗੱਲ ਹੈ। ਕਿਸੇ ਦੇ ਐਬ ਬਾਰੇ ਦੱਸਣਾ, ਕਿਸੇ ਦੇ ਔਗਣ ਬਾਰੇ ਉਹਨੂੰ ਪਛਾਣ ਕਰਾ ਦੇਣੀ ਮਾੜੀ ਗੱਲ ਨਹੀਂ ਹੈ, ਪਰ ਦੁੱਖ ਇੱਥੇ ਲੱਗਦਾ ਹੈ ਜਦੋਂ ਉਸੇ ਬੰਦੇ ਦੀ ਅਸੀਂ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ। ਸਤਿਗੁਰੂ ਮਹਾਰਾਜ ਉਸ ਬੰਦੇ ਦੀ ਗੱਲ ਕਰਦੇ ਨੇ, ਉਸ ਮਨਮੁਖ ਬੰਦੇ ਦੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਜਿਹੜਾ ਰੱਬ ਵੱਲੋਂ ਧੱਕਿਆ ਜਾਂਦਾ ਨਾ, ਉਹਦੇ ਪੈਰ ਕਿੱਥੇ ਲੱਗਦੇ ਨੇ ਧਰਤੀ ਦੇ ਉੱਤੇ। ਨਿੰਦਾ ਕਰਦਾ ਪਚ ਮੂਆ, ਨਿੰਦਿਆ ਕਰ ਕਰਕੇ ਉਹ ਮਰਦਾ ਜਾਂਦਾ ਹੈ। ਵਿੱਚ ਦੇਹੀ ਭਖੈ, ਸਰੀਰ ਅੰਦਰ ਵਿਉ ਇਕੱਠੀ ਕਰਦਾ, ਜ਼ਹਿਰ ਇਕੱਠੀ ਕਰਦਾ, ਅੰਦਰੋਂ ਅੰਦਰ ਹੀ ਭਖਦਾ ਰਹਿੰਦਾ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਸਮਝਾ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ, ਕਰਦਾ ਪਾਪ ਮਿਤਿਆ ਨਿਤ ਵਿਸੋ ਚਖੈ, ਨਿੰਦਾ ਕਰਦਾ ਪਚ ਮੂਆ ਵਿੱਚ ਦੇਹੀ ਭਖੈ, ਸੱਚਾ ਸਾਹਿਬ ਮਾਰਿਆ ਕੌਣ ਤਿਸਨੋ ਰੱਖੈ। ਕਿਹਨੇ ਮਾਰ ਦਿੱਤਾ? ਉਹ ਉੱਪਰ ਆਪਾਂ ਗੱਲ ਕਰਦੇ ਆ ਰਹੇ ਸੀ ਨਾ ਧੱਕੇ ਦੀ, ਧੱਕਾ ਪੈ ਗਿਆ, ਆਪਣੇ ਕੀਤੇ ਕੰਮਾਂ ਅਨੁਸਾਰ ਹੀ ਧੱਕਾ ਪਿਆ। ਰੱਬ ਕਿਸੇ ਨੂੰ ਇਸ ਤਰ੍ਹਾਂ ਨਹੀਂ ਧੱਕਦਾ। ਗੁਰੂ ਤਾਂ ਬਹੁਤ ਵਾਰ ਮਾਰਗ ਦਿਖਾਉਂਦਾ, ਸੁਨੇਹਾ ਦਿੰਦਾ, ਮੈਸੇਜ ਦਿੰਦਾ ਵੀ ਭਾਈ ਸਮਾਂ ਤੇਰੇ ਕੋਲ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਮਹਾਰਾਜ ਤਾਂ ਬੜੇ ਵਾਰ ਕਹਿੰਦੇ ਨੇ, ਪਰ ਬੰਦਾ ਜਾਗਦਾ ਨਹੀਂ ਹੈ, ਸੁੱਤਾ ਰਹਿੰਦਾ ਹੈ। ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੁੜ ਪਸਾਰ, ਇੱਕ ਦਿਨ ਸੋਣਾ। ਬਾਬਾ ਕਬੀਰ ਸਾਹਿਬ ਵੀ ਕਹਿੰਦੇ ਨੇ, ਜਾਗਦਾ ਨਹੀਂ ਮਨ, ਸੁੱਤਾ ਰਹਿੰਦਾ ਹਰ ਵੇਲੇ। ਇਸ ਕਰਕੇ ਮਹਾਰਾਜ ਕਹਿੰਦੇ, ਸੱਚੇ ਸਾਹਿਬ ਮਾਰਿਆ ਕੌਣ ਤਿਸਨੋ ਰੱਖੇ। ਜੇ ਸੱਚੇ ਸਾਹਿਬ ਨੇ ਮਾਰ ਦਿੱਤਾ, ਹੁਣ ਇਹਨੂੰ ਕੌਣ ਬਚਾਊਗਾ? ਰੱਬ ਵੱਲੋਂ ਹੀ ਮਰ ਗਿਆ। ਅੱਗੇ ਮਹਾਰਾਜ ਕਹਿ ਰਹੇ, ਨਾਨਕ ਤਿਸ ਸ਼ਰਣਾਗਤੀ ਸੋ ਪੁਰਖ ਅਲਖੈ। ਪਾਤਸ਼ਾਹ ਜੀ ਕਹਿੰਦੇ, ਹੇ ਨਾਨਕ, ਇਸ ਵਿਉ ਤੋਂ ਬਚਣ ਲਈ, ਇਸ ਜ਼ਹਿਰ ਤੋਂ ਬਚਣ ਲਈ ਉਸ ਅਕਾਲ ਪੁਰਖ ਦੀ ਸ਼ਰਨ ਪਾਓ ਜੋ ਅਲੱਖ ਹੈ, ਲਖਿਆ ਨਹੀਂ ਜਾ ਸਕਦਾ। ਉਸ ਮਾਲਕ ਦੀ ਸ਼ਰਨ ਪਈ। ਇਹ ਸੀ ਲੜੀਵਾਰ ਵਿਚਾਰ ਜੀ। 2 ਸ਼ਲੋਕ ਤੇ 1 ਪੌੜੀ ਦੀ ਆਪਾਂ ਵਿਚਾਰ ਕੀਤੀ ਹੈ। ਇੱਕ ਰੂਟੀਨ ਦੇ ਵਿੱਚ ਆਪਾਂ ਜਿਹੜੀ ਵਿਚਾਰ ਕਰਦੇ ਹਾਂ, ਲੜੀਵਾਰ 28 ਨੰਬਰ ਪੌੜੀ ਹੈ ਜੀ। 315 ਅੰਕ ਤੇ ਆਪਾਂ ਪਹੁੰਚ ਗਏ ਹਾਂ। ਗੌੜੀ ਕੀ ਬਾਰ ਦੀ ਵਿਚਾਰ ਚੱਲ ਰਹੀ ਹੈ ਲੜੀਵਾਰ। ਆਓ ਗੁਰਮੁਖੋ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਬਾਰੇ ਆਪਾਂ ਵਿਚਾਰਾਂ ਕਰਦੇ ਆ ਰਹੇ ਹਾਂ ਜੀ। ਲੜੀ ਦੇ ਤਹਿਤ ਪਿਛਲੇ ਦੀਵਾਨਾਂ ਵਿੱਚ ਜਿਹੜੀ ਆਪਾਂ ਵਿਚਾਰ ਕੀਤੀ ਸੀ, ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦਿੰਦੇ ਨੇ। ਪਾਤਸ਼ਾਹ ਜੀ ਦਾ ਜੋਤੀ ਜੋ ਸਮਾਉਣ ਦਾ ਸਮਾਂ ਨੇੜੇ ਆਉਂਦਾ। ਇਤਿਹਾਸਕਾਰ ਲਿਖਦੇ ਨੇ ਜੀ, ਗੁਰੂ ਰਾਮਦਾਸ ਮਹਾਰਾਜ ਨੇ ਗੁਰਿਆਈ ਹੈ ਜਿਹੜੀ ਬਾਬਾ ਅਰਜਨ ਸਾਹਿਬ ਜੀ ਨੂੰ, ਗੁਰੂ ਅਰਜਨ ਸਾਹਿਬ ਜੀ ਬਣਾਉਂਦੇ ਨੇ। 5ਵੀਂ ਪਾਤਸ਼ਾਹੀ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ, ਗੁਰਤਾ ਗੱਦੀ ਤੇ ਬਹਿੰਦੇ ਨੇ। ਅਤੇ ਬਾਅਦ ਵਿੱਚ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਨਾਲ, ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨਾਲ ਗੁਰੂ ਅਰਜਨ ਸਾਹਿਬ ਵੀ ਨੇ। ਬਾਅਦ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਜਾਂਦੇ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਵੀ ਨਾਲ ਹੀ ਜਾਂਦੇ ਨੇ। ਗੋਇੰਦਵਾਲ ਸਾਹਿਬ ਕੁਝ ਦਿਨ ਮਹਾਰਾਜ ਟਿਕਦੇ ਨੇ। ਗੁਰੂ ਰਾਮਦਾਸ ਮਹਾਰਾਜ, ਸਤਿਗੁਰੂ ਮਹਾਰਾਜ ਨੇ ਜਿਹੜੀ ਜ਼ਿੰਦਗੀ ਬਤੀਤ ਕੀਤੀ ਹੈ ਜੀ, ਗੁਰੂ ਰਾਮਦਾਸ ਮਹਾਰਾਜ ਨੇ ਕੇਵਲ 47 ਸਾਲ ਦੀ ਆਰਜ਼ੂ ਹੈ। 47 ਸਾਲ ਦੀ ਆਰਜ਼ੂ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਹੁਤ ਵੱਡੇ ਵੱਡੇ ਕਾਰਜ ਕੀਤੇ ਨੇ। ਬਾਣੀ ਰਚਨਾ, ਬਾਣੀ ਦਾ ਪ੍ਰਚਾਰ ਕਰਨਾ,
ਬਾਣੀ ਦੀ ਵਿਆਖਿਆ ਦੀ ਗੱਲ ਕਰ ਲਓ, ਬਾਣੀ ਦੇ ਪ੍ਰਚਾਰ ਦੀ ਪ੍ਰਸਾਰ ਦੀ ਗੱਲ ਕਰ ਲਓ, ਨਗਰਾਂ ਦੀ ਉਸਾਰੀ ਦੀ ਗੱਲ ਕਰ ਲਓ। ਗੁਰੂ ਰਾਮਦਾਸ ਮਹਾਰਾਜ ਸਨ 1581 ਦੇ ਵਿੱਚ 1581 ਦੇ ਵਿੱਚ ਜੋਤੀ ਸਮਾਉਂਦੇ ਨੇ। ਗੁਰਤਾ ਗੱਦੀ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸੌਂਪ ਕੇ ਉਸ ਤੋਂ ਬਾਅਦ ਆਪਾਂ ਜਿਹੜੇ ਵਿਚਾਰ ਕਰਨੀ ਹੈ ਜੀ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਬਾਰੇ। ਆਪਾਂ ਬਾਣੀ ਦੇ ਵਿੱਚ ਜੋ ਉਹਨਾਂ ਨੇ ਰੱਬ ਦੇ ਪ੍ਰਥਾਏ ਲਿਖਿਆ ਉਹਦੇ ਬਾਰੇ ਆਪਾਂ ਵਿਚਾਰ ਕਰਾਂਗੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਹੈ ਜਿਹੜੀ ਵੱਡੇ ਆਕਾਰ ਦੀ ਹੈ। ਇਸ ਕਰਕੇ ਇਸ ਬਾਣੀ ਦੇ ਵਿੱਚ ਗੁਰਮਤਿ ਸਿਧਾਂਤਾਂ ਦੀ ਨਿਰੋਲ ਵਿਆਖਿਆ ਕੀਤੀ ਗਈ ਹੈ। ਪਰਮਾਤਮਾ ਦੇ ਪਿਆਰ ਵਿੱਚ ਕਿਵੇਂ ਭਿੱਜਣਾ ਹੈ, ਕਿਵੇਂ ਪ੍ਰਵਾਨ ਹੋਣਾ ਹੈ, ਕਿਵੇਂ ਵਿਸ਼ੇ ਵਿਕਾਰਾਂ ਤੋਂ ਸਾਡਾ ਖਹਿੜਾ ਛੁੱਟੇ, ਸਤਿਗੁਰੂ ਮਹਾਰਾਜ ਨੇ ਵਿਸਥਾਰ ਨਾਲ ਆਪਣੀ ਬਾਣੀ ਦੇ ਵਿੱਚ ਦਰਜ ਕੀਤੀਆਂ ਨੇ ਗੱਲਾਂ। ਵਿਛੋੜਾ ਕੀ ਹੁੰਦਾ ਹੈ ਅਤੇ ਮਿਲਾਪ ਕਿਵੇਂ ਹੁੰਦਾ ਹੈ, ਵਿਛੋੜਾ ਪੈਣ ਦੇ ਕਾਰਨ ਕੀ ਨੇ। ਸਭ ਤੋਂ ਪਹਿਲਾਂ ਇੱਥੇ ਆਪਾਂ ਜਿਹੜਾ ਅੱਜ ਪੜਾਂਗੇ ਜੀ ਪ੍ਰਭੂ ਦੀ ਵਿਸ਼ਾਲਤਾ। ਪ੍ਰਭੂ ਕਿਹਾ ਜਾਂਦਾ ਰੱਬ ਨੂੰ, ਪਰਮਾਤਮਾ ਨੂੰ। ਰੱਬ ਵਿਸ਼ਾਲ ਹੈ। ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਦੇ ਵਿੱਚ ਰੱਬ ਦੇ ਪ੍ਰਥਾਏ ਕਹਿੰਦੇ ਨੇ ਰੱਬ ਪ੍ਰਭੂ ਕੋ ਕਾਲਪਨਿਕ ਸ਼ਕਤੀ ਨਹੀਂ ਹੈ। ਕਾਲਪਨਿਕ ਕਹਾਣੀ ਆਪਾਂ ਸੁਣਦੇ ਹਾਂ ਜੀ, ਬਹੁਤ ਚੀਜ਼ਾਂ ਆਪਾਂ ਦੁਨੀਆ ਦੇ ਅੰਦਰ ਕਾਲਪਨਿਕ ਵੇਖਦੇ ਹਾਂ। ਤਸਵੀਰਾਂ ਕਾਲਪਨਿਕ ਨੇ, ਹੋਰ ਬੜੀਆਂ ਚੀਜ਼ਾਂ ਕਾਲਪਨਿਕ ਨੇ ਜਿਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਾਲਪਨਿਕ ਚੀਜ਼ ਤੇ ਵਿਸ਼ਵਾਸ ਕਿਵੇਂ ਕਰਾਂਗੇ ਜਿਹੜੀ ਹੈ ਕਾਲਪਨਿਕ ਹੈ। ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਬ ਕਾਲਪਨਿਕ ਨਹੀਂ ਹੈ। ਰੱਬ ਕਾਲਪਨਿਕ ਵੀ ਇੱਕ ਤਾਂ ਚੀਜ਼ ਕਾਲਪਨਿਕ ਹੋ ਗਈ, ਪਰ ਰੱਬ ਇਸ ਤਰ੍ਹਾਂ ਦਾ ਨਹੀਂ ਹੈ। ਉਹ ਸਦੀਵੀ ਹੋਂਦ ਵਾਲਾ ਜਿਹਨੂੰ ਆਪਾਂ ਸਤਿਨਾਮ ਪੜ੍ਹਦੇ, ਸਰਵ ਸ਼ਕਤੀਮਾਨ ਹੈ। ਮਨੁੱਖੀ ਮਨ ਦੀ ਪਕੜ ਵਿੱਚ ਨਹੀਂ ਆ ਸਕਦਾ। ਰੱਬ ਆ ਜਿਹੜਾ ਮਨੁੱਖੀ ਮਨ ਦੀ ਪਕੜ ਵਿੱਚ ਨਹੀਂ ਆ ਸਕਦਾ। ਗਿਆਨ ਇੰਦਰੀਆਂ ਤੋਂ, ਕਰਮ ਇੰਦਰੀਆਂ ਤੋਂ ਪਰੇ ਹੈ। ਉਹਦੇ ਬਾਰੇ ਸਤਿਗੁਰੂ ਮਹਾਰਾਜ ਆਪਣੀ ਬਾਣੀ ਵਿੱਚ ਇਹ ਗੱਲ ਕਹਿੰਦੇ ਨੇ, ਵੱਡਾ ਮੇਰਾ ਗੋਬਿੰਦ ਅਗੰਮ ਅਗੋਚਰਾ। ਵੱਡਾ ਮੇਰਾ ਗੋਬਿੰਦ, ਗੋ ਦਾ ਅਰਥ ਧਰਤੀ, ਬਿੰਦ ਦਾ ਅਰਥ ਧਰਤੀ ਦਾ ਮਾਲਕ। ਧਰਤੀ ਦਾ ਮਾਲਕ ਆ ਨਾ ਜਿਹੜਾ ਰੱਬ, ਬਹੁਤ ਵੱਡਾ, ਅਗੰਮ ਹੈ, ਅਗੋਚਰ ਹੈ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਆਦ ਨਿਰੰਜਨ ਨਿਰੰਕਾਰ ਜੀਓ। ਉਹ ਨਿਰੰਜਨ ਹੈ, ਨਿਰੰਕਾਰ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਮੇਰਾ ਗੋਬਿੰਦ ਅਲਖ ਅਪਾਰ ਜੀਓ। ਗੋਬਿੰਦ ਅਲਖ ਅਪਾਰ ਅਪਰੰਪਰ। ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀ ਹੈ। ਜੋ ਤੁਧ ਆਖ ਬਖਾਣੈ ਜਿਸਨੋਂ ਨਦਰ ਕਰੇ ਤੂੰ ਆਪਣੀ। ਸੋ ਗੁਰਮ ਕਰੇ ਵਿਚਾਰ ਜੀਓ। ਵੱਡਾ ਮੇਰਾ ਗੋਬਿੰਦ ਅਗੰਮ ਅਪਾਰ ਜੀਓ। ਆਦ ਨਿਰੰਜਨ ਨਿਰੰਕਾਰ ਜੀਓ। ਸਤਿਗੁਰੂ ਮਹਾਰਾਜ ਕਹਿੰਦੇ ਤੇਰੀ ਵਡਿਆਈ ਤੂੰ ਹੈ ਜਾਣਦਾ, ਤੋ ਜੇਵੜ ਅਵਰ ਨਾ ਕੋਈ। ਤੇਰੀ ਵਡਿਆਈ ਵਾਹਿਗੁਰੂ ਪਰਮਾਤਮਾ ਜੀ ਤੁਸੀਂ ਆਪ ਜਾਣਦੇ ਹੋ। ਤੁਹਾਡੇ ਵਰਗਾ ਕੋਈ ਹੋਰ ਨਹੀਂ ਹੈ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਸਭ ਤੋਂ ਵੱਡਾ ਗੁਣ ਹੈ ਜੀ ਰੱਬ ਦਾ। ਰੱਬ ਵਰਗਾ ਕੋਈ ਨਹੀਂ। ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵਿੱਚੋਂ ਰੱਬ ਦੀ ਵਿਆਖਿਆ ਪੜ੍ਹ ਰਹੇ ਆਪਾਂ। ਰੱਬ ਕਿਹੋ ਜਿਹਾ ਹੁੰਦਾ ਹੈ। ਰੱਬ ਕਿਸੇ ਦੁਕਾਨਾਂ ਤੇ ਨਹੀਂ ਵਿਕਦਾ। ਰੱਬ ਕਿਸੇ ਧਾਰਮਿਕ ਅਦਾਰਿਆਂ ਤੇ ਨਹੀਂ ਵਿਕਦਾ। ਰੱਬ ਸਾਡੇ ਪੈਸੇ ਨਾਲ, ਸਾਡੇ ਸੋਨੇ ਨਾਲ ਖੁਸ਼ ਨਹੀਂ ਹੁੰਦਾ। ਰੱਬ ਤਾਂ ਉਦੋਂ ਖੁਸ਼ ਹੁੰਦਾ ਜਦੋਂ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਵੇਖਣ ਲੱਗ ਪਏ। ਜਦੋਂ ਇਸ ਗੱਲ ਦੀ ਸਮਝ ਆ ਗਈ ਨਾ ਵੀ ਕੁਦਰਤ ਕੇ ਸਭ ਬੰਦੇ, ਜਦੋਂ ਸਾਡਾ ਧਰਮ ਇਨਸਾਨੀਅਤ ਹੋ ਗਿਆ, ਰੱਬ ਨੇ ਫੇਰ ਖੁਸ਼ ਹੋਣਾ ਹੈ। ਨਹੀਂ ਤਾਂ ਆਪਾਂ ਵੇਖਦੇ ਹਾਂ ਜੀ ਕਿੰਨਾ ਕੁਝ ਕੀਤਾ ਜਾਂਦਾ ਹੈ ਰੱਬ ਨੂੰ ਖੁਸ਼ ਕਰਨ ਵਾਸਤੇ। ਇੱਥੇ ਤਾਂ ਬਲੀਆਂ ਤੱਕ ਦਿੱਤੀਆਂ ਜਾਂਦੀਆਂ ਨੇ, ਪਸ਼ੂਆਂ ਦੀਆਂ ਬਲੀਆਂ, ਬੱਚਿਆਂ ਦੀਆਂ ਤੱਕ ਬਲੀਆਂ ਦੇ ਦਿੱਤੀਆਂ ਜਾਂਦੀਆਂ ਨੇ ਵੀ ਰੱਬ ਇਸ ਤਰ੍ਹਾਂ ਖੁਸ਼ ਹੋ ਜਾਵੇਗਾ। ਨਹੀਂ, ਗੁਰਬਾਣੀ ਵਾਲਾ ਰੱਬ ਇਸ ਤਰ੍ਹਾਂ ਦਾ ਨਹੀਂ ਜੋ ਅਸੀਂ ਮੰਨ ਕੇ ਬੈਠੇ ਹਾਂ, ਆਪਣੇ ਮਨ ਵਿੱਚ ਧਿਆਨ ਧਰ ਕੇ ਬੈਠੇ ਹਾਂ। ਅੱਗੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਪ੍ਰਭੂ ਕੁਦਰਤ ਵਿੱਚ ਵਿਆਪਕ ਹੈ। ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵੀ ਵਿਆਖਿਆ ਕਰਦੀ ਹੈ ਰੱਬ ਜ਼ਰੇ ਜ਼ਰੇ ਅੰਦਰ ਵਸਿਆ ਹੋਇਆ, ਕੁਦਰਤ ਅੰਦਰ ਵਸਿਆ ਹੋਇਆ। ਸਭ ਆਪੇ ਤੁਧ ਉਪਾਏ ਕਿ ਆਪ ਕਾਰੇ ਲਾਏ। ਰੱਬ ਨੇ ਸਭ ਕੁਝ ਪੈਦਾ ਕਰਕੇ ਸਾਰਿਆਂ ਨੂੰ ਕੰਮੇ ਲਾਇਆ ਹੋਇਆ ਹੈ। ਪ੍ਰਭੂ ਦਾ ਆਸਰਾ, ਇੱਕ ਰੱਬ ਦਾ ਆਸਰਾ, ਜ਼ਿੰਦਗੀ ਵਿੱਚ ਅਪਣਾਈਏ। ਕਿਸੇ ਜੋ ਹੰਕਾਰ ਬੋਲਣ ਕਾ
ਕਿਸੇ ਨੂੰ ਬੋਲਣ ਦਾ ਵੀ ਹੰਕਾਰ ਹੁੰਦਾ ਜੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕਿਸੀ ਜ਼ੋਰ ਦੀਵਾਨ ਮਾਇਆ ਕਾ, ਕਿਸੇ ਨੂੰ ਮਾਇਆ ਦਾ ਵੀ ਹੰਕਾਰ ਹੁੰਦਾ। ਮੈਂ ਹਰ ਬਿਨ ਟੇਕ ਤਰ ਅਬਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਸਤਿਗੁਰੂ ਮਹਾਰਾਜ ਮੇਰਾ ਆਸ ਮੇਰਾ ਭਰੋਸਾ ਤੇਰੇ ਤੇ ਹੈ, ਨਿਮਾਣੇ ਦਾ। ਫਿਰ ਅੱਗੇ ਮਹਾਰਾਜ ਨੇ ਪ੍ਰੀਤ ਦੀ ਗੱਲ ਕੀਤੀ, ਪ੍ਰੀਤ ਦੀ, ਰੱਬ ਨਾਲ ਪ੍ਰੀਤ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੁਣ ਤਿਸ ਪੈ ਆਪ ਵਿਚਾਈ। ਕੋਈ ਆਣ ਕੇ ਕੋਈ ਪ੍ਰੀਤਮ ਪਿਆਰਾ ਮੈਨੂੰ ਉਸ ਰੱਬ ਦੇ ਦੀਦਾਰ ਕਰਾ ਦੇਵੇ, ਉਹਦੇ ਬਾਰੇ ਦੱਸ ਦੇਵੇ, ਉਹਦੇ ਅੱਗੇ ਮੈਂ ਸਭ ਕੁਝ ਭੇਟ ਕਰ ਦੇਵਾਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅੱਗੇ ਮਹਾਰਾਜ ਨੇ ਰੱਬ ਦੇ ਭਾਣੇ ਦੀ ਗੱਲ ਕੀਤੀ ਹੈ ਜੀ ਆਪਣੀ ਬਾਣੀ ਦੇ ਅੰਦਰੋਂ। ਗੁਰੂ ਕਾ ਸਿੱਖ ਹਰ ਵਕਤ ਉਸ ਰੱਬ ਦੇ ਭਾਣੇ ਅੰਦਰ ਰਹਿੰਦਾ ਹੈ। ਇਹ ਬਾਣੀ ਦੇ ਵਿੱਚ ਪੜ੍ਹਦੇ ਹਾਂ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤੇ ਹੀ ਰਾਜਾ, ਦੁੱਖ ਵੀ ਸੁਖ ਮਨਾਈ। ਗੁਰਮਤਿ ਦਾ ਸਿਧਾਂਤ ਹੈ। ਪ੍ਰਭੂ ਪ੍ਰਾਪਤੀ ਕਿਵੇਂ ਕਰੀਏ, ਨਾਮ ਜਪ ਕੇ ਸਿਮਰਨ ਦੇ ਰਾਹੀਂ ਉਹਦੇ ਬਾਰੇ ਸਮਝ ਆ ਜਾਂਦੀ ਹੈ, ਪਤਾ ਲੱਗ ਜਾਂਦਾ। ਅੱਜ ਆਪਾਂ ਜਿਹੜੀ ਵਿਚਾਰ ਕੀਤੀ ਹੈ ਜੀ ਉਸ ਮਾਲਕ ਦੇ ਪ੍ਰਥਾਏ, ਉਸ ਰੱਬ ਦੇ ਪ੍ਰਥਾਏ, ਕਿਵੇਂ ਉਸ ਰੱਬ ਨੂੰ ਸਮਝੀਏ, ਕਿਵੇਂ ਉਸ ਰੱਬ ਨੂੰ ਪਾਈਏ। ਗੁਰੂ ਸਾਹਿਬ ਜੀ ਕਿਰਪਾ ਕਰਨ ਇਹ ਸੀ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਦੇ ਵਿੱਚੋਂ ਪਰਮਾਤਮਾ ਦੇ ਪ੍ਰਥਾਏ, ਉਹਨਾਂ ਦੇ ਆਪਾਂ ਵਿਚਾਰ ਪੜ੍ਹੇ ਨੇ। ਗੁਰੂ ਸਾਹਿਬ ਨੇ ਭੇਖ ਤੇ ਪਖੰਡ ਕਰਮ ਕਾਂਡਾਂ ਤੋਂ ਮਨਾ ਕੀਤਾ ਜੀ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਨਾਮ ਜਪ ਕੇ ਆਪਣੇ ਜੀਵਨ ਨੂੰ ਸਵਾਰਿਆ ਜਾ ਸਕਦਾ ਹੈ। ਜ਼ਿੰਦਗੀ ਵਿੱਚ ਨਿਰਾ ਦਿਖਾਵਾ ਕਰਨਾ, ਨਿਰੇ ਭੇਖ ਕਰਨੇ, ਗੁਰਮਤਿ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦਾ। ਤੀਰਥ ਯਾਤਰਾ, ਵਰਤ, ਸੁਚ ਸੰਜਮ, ਮੂਰਤੀ ਪੂਜਾ ਇਤਿਆਦਿਕ ਹੋਰ ਬੜੀਆਂ ਪੂਜਾਵਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਇਸ ਚੀਜ਼ਾਂ ਤੋਂ ਮਨਾ ਕੀਤਾ ਹੈ। ਸਤਿਗੁਰੂ ਮਹਾਰਾਜ ਦੀ ਆਪਾਂ ਬਾਣੀ ਪੜ੍ਹਦੇ ਹਾਂ ਜੀ। ਪਾਤਸ਼ਾਹ ਜੀ ਕਹਿ ਰਹੇ ਨੇ ਮਲਾਰ ਰਾਗ ਦੇ ਅੰਦਰ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ, ਕਿਲੇ ਵਿਖ ਮੈਲ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਜਦੋਂ ਸਾਧੂ ਗੁਰੂ ਦਾ ਮਿਲਾਪ ਹੁੰਦਾ ਤਾਂ ਸਭ ਕੁਝ ਉਤਰਦਾ। ਬੜੇ ਥਾਵਾਂ ਤੇ ਇਸ਼ਨਾਨ ਕਰਕੇ ਵੇਖ ਲਿਆ ਪਰ ਮੈਲ ਨਹੀਂ ਅੰਦਰ ਦੀ ਖੋਈ। ਮਨਮੁਖ ਹੁਕਮ ਨਾ ਬੂਝੈ ਬੱਪੜੀ, ਇਤ ਹਉਮੈ ਕਰਮ ਕਮਾਏ, ਵਰਤ ਨੇਮ ਸੁਚ ਸੰਜਮ ਪੂਜਾ, ਪਖੰਡ ਭਰਮ ਨਾ ਜਾਏ। ਮਹਾਰਾਜ ਕਹਿੰਦੇ ਨੇ, ਬੜਾ ਪਿਆਰਾ ਬਚਨ ਹੈ ਜੀ। ਪਾਤਸ਼ਾਹ ਜੀ ਕਹਿੰਦੇ ਮਨਮੁਖ ਹੁਕਮ ਨਾ ਬੂਝੈ ਬੱਪੜੀ, ਮਨਮੁਖ ਹੁਕਮ ਨਹੀਂ ਬੁੱਝਦਾ। ਹੰਕਾਰ ਦੇ ਵਿੱਚ ਕਰਮ ਬਹੁਤ ਕਰਦਾ ਹੈ। ਕਿਸੇ ਨੂੰ ਇਹ ਹੰਕਾਰ ਹੁੰਦਾ ਮੈਂ ਬਹੁਤ ਵੱਡਾ ਵਰਤ ਰੱਖਦਾ। ਵਰਤ ਨੇਮ ਸੋ ਸੰਜਮ ਪੂਜਾ, ਇਹ ਕਿਤੇ ਸ਼ਬਦਾਂ ਨੂੰ ਪੜ੍ਹਿਓ ਧਿਆਨ ਨਾਲ ਜੀ। ਕੋਈ ਕਹਿੰਦਾ ਮੇਰੇ ਵਰਗਾ ਸੰਜਮੀ ਨਹੀਂ ਹੈ, ਕੋਈ ਕਹਿੰਦਾ ਮੇਰੇ ਵਰਗਾ ਕੋਈ ਪੂਜਾ ਕਰਨ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ ਪਖੰਡ ਭਰਮ ਨਾ ਜਾਏ। ਇਸ ਕਰਕੇ ਮਹਾਰਾਜ ਨੂੰ ਕਹਿਣਾ ਪਿਆ ਪਾਵਨ ਪਵਿੱਤਰ ਬਾਣੀ ਦੇ ਅੰਦਰ, ਭਰਮ ਭੂਲੇ ਅਗਿਆਨੀ ਅੰਧਲੇ, ਭਰਮ ਫੂਲ ਤੁਰਾਵੈ, ਨਿਰਜੀਉ ਪੂਜੈ ਮੜਾ ਸਰੇਵੈ, ਸਭ ਬਿਰਥੀ ਘਾਲ ਗਵਾਵੈ। ਹੁਣ ਇਹਨੂੰ ਪੜ੍ਹਿਓ ਜੀ। ਲੋਕ ਭਰਮ ਦੇ ਵਿੱਚ ਭੁੱਲੇ ਹੋਏ ਅਗਿਆਨੀ ਹੋ ਗਏ ਨੇ, ਅੰਨੇ ਹੋ ਗਏ ਨੇ। ਭਰਮ ਦੇ ਵਿੱਚ ਪੈ ਕੇ ਕਦੇ ਫੁੱਲਾਂ ਨੂੰ ਤੋੜਦੇ ਨੇ। ਮਹਾਰਾਜ ਕਹਿੰਦੇ ਫੁੱਲ ਤੋੜ ਕੇ ਰੱਬ ਥੋੜਾ ਖੁਸ਼ ਹੁੰਦਾ ਹੈ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਜੀ, ਭਰਮ ਫੂਲ ਤੁਰਾਵੈ। ਭਰਮ ਦੇ ਵਿੱਚ ਭੁੱਲ ਕੇ ਮਹਾਰਾਜ ਕਹਿੰਦੇ ਫੁੱਲ ਵੀ ਤੋੜਦੇ ਨੇ ਵੀ ਅਸੀਂ ਫੁੱਲ ਨੂੰ ਭੇਟ ਕਰਾਂਗੇ ਰੱਬ ਖੁਸ਼ ਹੋਵੇਗਾ। ਅੱਗੇ ਮਹਾਰਾਜ ਕਹਿੰਦੇ ਨਿਰਜੀਉ ਪੂਜੈ। ਨਿਰਜੀਉ ਕੌਣ ਹੁੰਦਾ ਜੀ? ਜਿਹਦੇ ਵਿੱਚ ਜਾਨ ਨਹੀਂ ਹੁੰਦੀ, ਨਿਰਜਿੰਦ, ਜਿੰਦ ਤੋਂ ਰਹਿਤ। ਇੱਥੇ ਹੁੰਦਾ ਜੀ ਦੁਨੀਆ ਦੇ ਅੰਦਰ, ਇੱਥੇ ਸੰਸਾਰ ਅੰਦਰ ਵਾਪਰਦਾ ਹੈ। ਮਹਾਰਾਜ ਕਹਿੰਦੇ ਨਿਰਜੀਉ ਪੂਜੈ ਮੜਾ ਸਰੇਵੈ। ਮੈਂ ਖੁਦ ਨਹੀਂ ਕਹਿ ਰਿਹਾ, ਗੁਰਬਾਣੀ ਕਹਿੰਦੀ ਹੈ ਜੀ। ਲੋਕ ਜਿਉਂਦੀਆਂ ਜਾਗਦੀਆਂ ਸੰਸਾਰ ਅੰਦਰ ਐਸੀਆਂ ਮੂਰਤਾਂ ਨੇ, ਜਿਉਂਦੇ ਬੰਦੇ ਦੀ ਕਦਰ ਨਹੀਂ ਹੈ, ਜਿਉਂਦੀ ਮੂਰਤ ਦੀ ਕਦਰ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਨਿਰਜੀਉ ਪੂਜੈ, ਪੱਥਰਾਂ ਦੀ ਪੂਜਾ, ਕਬਰਾਂ ਦੀ ਪੂਜਾ। ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਮੜੀਆਂ ਦੀ ਪੂਜਾ, ਮੜਾ ਸਰੇਵੈ। ਮੈਂ ਗੁਰਬਾਣੀ ਵਿੱਚ ਲਿਖਿਆ ਹੈ ਜੀ 1264 ਅੰਕ ਦੇ ਬਚਨ ਆਉਂਦਾ ਜੀ ਇਹ ਗੁਰੂ ਰਾਮਦਾਸ ਮਹਾਰਾਜ ਦਾ।
1264 ਅੰਕ ਮਲਾਰ ਰਾਗ ਦੇ ਵਿੱਚ ਇਹ ਬਚਨ ਲਿਖਿਆ ਹੋਇਆ ਗੁਰੂ ਰਾਮਦਾਸ ਮਹਾਰਾਜ ਨੇ। ਅੱਗੇ ਮਹਾਰਾਜ ਨੇ ਗੱਲ ਪਤਾ ਕੀ ਆਖੀ, ਬਿਰਥੀ ਘਾਲ ਗਵਾਵੇ। ਇਹ ਜਿਹੜੀ ਤੂੰ ਕਰਦਾ ਨਾ ਕਮਾਈ ਬਿਰਥੀ ਹੈ, ਨਿਰਜਿੰਦ ਚੀਜ਼ਾਂ ਨੂੰ ਪੂਜੀ ਜਾਂਦਾ, ਸੇਵਾ ਕਰੀ ਜਾਂਦਾ, ਬਿਰਥੀ ਘਾਲ ਹੈ। ਅੱਗੇ ਮਹਾਰਾਜ ਨੇ ਇਹ ਵੀ ਬਚਨ ਆਖਿਆ ਜੀ, ਬ੍ਰਹਮਾ ਵਿਸ਼ਨਮਾ ਦੇ ਉਤਰੈ ਗੁਣ ਰੋਗੀ ਵਿੱਚ ਹਉਮੈ ਕਰ ਕਮਾਈ। ਬੜੇ ਬਚਨ ਆਉਂਦੇ ਨੇ ਜੀ। ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ। ਇਹ ਬਹੁਤ ਵਿਆਖਿਆ ਲੰਬੇਰੀ ਹੈ ਥੋੜ੍ਹੀ ਜਿਹੀ ਉਹਨਾਂ ਦੀ ਬਾਣੀ ਦੀ। ਉਹਨਾਂ ਦੀ ਬਾਣੀ ਤੋਂ ਸੂਝ ਲੈ ਕੇ ਸਮਝ ਲੈ ਕੇ ਆਪਣੇ ਜੀਵਨ ਨੂੰ ਸਵਾਰੀਏ, ਜਿਉਂਦੇ ਮਨੁੱਖ ਦੀ ਕਦਰ ਕਰੀਏ, ਕਰਮ ਕਾਂਡਾਂ ਦੇ ਵਹਿਮਾਂ ਭਰਮਾਂ ਚੋਂ ਨਿਕਲੀਏ। ਗੁਰੂ ਸਾਹਿਬ ਨੇ ਇੱਕ ਰੱਬ ਦੀ ਗੱਲ ਕੀਤੀ ਹੈ ਬਾਣੀ ਅੰਦਰ, ਸਭ ਕੁਝ ਰੱਦ ਕਰ ਦਿੱਤਾ, ਰਿਜੈਕਟ ਕਰ ਦਿੱਤਾ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਬੇਨਤੀ ਕਰਿਓ ਪ੍ਰਵਾਨ ਜੀ। ਅੰਤ ਵਿੱਚ ਫਤਿਹ ਨਾਲ ਪਾਈਏ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।